ਤੇ ਕਿੰਨਾ ਟਾਈਮ ਲੱਗਦਾ ਹੈ ਇਹ ਪਨੀਰੀ ਨੂੰ ਲੱਗਣ ਵਾਸਤੇ? ਕਿੰਨੇ ਦਿਹਾੜੇ ਜਾਂ ਮਹੀਨੇ ਕਿੰਨੇ ਲੱਗਦੇ? 1 ਮਹੀਨੇ ਵਿੱਚ ਤਿਆਰ ਹੋ ਜਾਂਦੀ। 1 ਮਹੀਨੇ ਤਿਆਰ ਹੁੰਦੀ? 1 ਮਹੀਨੇ ਵਿੱਚ। ਅੱਛਾ ਲਾਲਾ ਦੱਸੋ, ਜਿਹੜਾ ਬੂਟਾ ਲੱਗੇ ਹੈ ਪਨੀਰੀ ਦਾ, ਇਹ ਜ਼ਰਾ ਸਾਨੂੰ ਦੱਸੋ, ਇਹ ਕਿੰਨੇ ਦਿਹਾੜਿਆਂ 'ਚ ਬਣ ਗਿਆ ਬੂਟਾ? ਇਹ 1 ਮਹੀਨਾ ਹੋ ਗਿਆ ਜੀ ਇਹਨੂੰ। 1 ਮਹੀਨਾ ਹੋ ਗਿਆ ਇੱਕ ਬੂਟਾ ਇਹ ਚੱਕਿਆ ਜੀ, ਇਹ ਬੂਟਾ ਤਿਆਰ ਹੋ ਗਿਆ। ਇਹ ਹੁਣ ਇਸ ਤਰ੍ਹਾਂ ਕਰਕੇ ਇਹਨੂੰ ਇੰਜ ਕਰਕੇ ਤੇ ਇਹ ਜਿਸ ਗਜ਼ਾਰ ਕਰਾਂਗਾ ਨਾ ਤੇ ਇੱਕ ਬੂਟਾ ਕਰਕੇ ਲਾਣਾ। ਇੱਕ ਬੂਟਾ ਕਰਕੇ ਲਾਣਾ ਹੈ। ਇਹ ਫਿਰ ਇਨਸ਼ਾਅੱਲਾ ਸਰਕਾਰ 2-2.5 ਮਹੀਨੇ ਚ ਪੱਕ ਜਾਏਗੀ। 2-2.5 ਮਹੀਨੇ ਗੰਧਾਲ ਕਰਨੇ ਤੋਂ ਬਾਅਦ ਫਿਰ ਇਹ ਜਿਹੜਾ ਫਸਲ ਦੇਵੇਗਾ, ਚਾਵਲ ਦੇਵੇਗਾ। ਜਾਂ ਫਿਰ ਇਹਦੇ ਉੱਤੇ ਜਿਹੜਾ ਚਾਵਲ 5 ਮਰਲੇ ਚ ਲਾਈ ਹੈ ਪਨੀਰੀ, 5 ਕਿੱਲਿਆਂ ਚ ਲਾਈ, 5 ਕਿੱਲਿਆਂ ਵਿੱਚ ਕਵਰ ਹੋ ਜਾਏਗੀ ਬਿਲਕੁਲ। ਬਾਕੀ ਫਸਲ ਤੇ ਅਨਾਜ ਤੇ ਰੋਜ਼ੀ ਤੱਲਾ ਦੇਣ ਵਾਲਾ ਹੈ। ਤੁਹਾਡਾ ਅੰਦਾਜ਼ਾ ਕਿੰਨਾ ਕੁ ਚਾਵਲ ਹੋ ਜਾਏਗਾ ਇਹਦਾ ਚਾਵਲ ਅੰਦਾਜ਼ੇ ਨਾਲ 100 ਤੇ ਉੱਤੇ ਹੋਵੇਗਾ। 100 ਤਰੋੜੇ ਦੀ 100 ਤਰੋੜੇ। 1 ਤਰੋੜੇ ਕਿੰਨਾ ਹੁੰਦਾ ਹੈ? 50 ਕਿਲੋ। 50 ਕਿਲੋ। ਅੱਛਾ 100 ਤਰੋੜੇ। ਅੱਛਾ ਇੱਧਰ ਮੈਂ ਚਾਹਾਂਗਾ ਤੁਸੀਂ ਦੱਸੋ, ਯਾਨੀ ਕਿ 100 ਤਰੋੜੇ ਚਾਵਲ 5 ਕਿੱਲਿਆਂ ਵਿੱਚ ਤੇ 5 ਮਰਲੇ 'ਚ ਤੁਸੀਂ ਪਨੀਰੀ ਲਾਈ ਹੈ। ਬੜੀ ਗੱਲ ਜੀ। ਚਾਵਲਾਂ ਦੀ ਪਨੀਰੀ ਕਿੰਜ ਲੱਗਦੀ ਏ ਤੇ ਚਾਵਲਾਂ ਦੀ ਫਸਲ ਕਿੰਜ ਤਿਆਰ ਹੁੰਦੀ ਹੈ, ਆਓ ਇਹਦੇ ਬਾਰੇ 'ਚ ਮਾਲੂਮਾਤ ਹਾਸਲ ਕਰਨੇ ਆ। ਜੀ ਲਾਲਾ ਜੀ, ਅਸਲਾਮ ਵਾਲੇਕਮ। ਵਾਲੇਕੁਮ ਸਲਾਮ ਜੀ। ਲਾਲਾ, ਇਹ ਜਿਹੜੀ ਚਾਵਲਾਂ ਦੀ ਪਨੀਰੀ ਏ ਇਹ ਕਿਹੜੇ ਮੌਸਮ 'ਚ ਲਾਉਂਦੇ ਨੇ? ਇਹ ਲਾਂਦੇ ਜੇ ਜੇਠ ਦੀ ਲਾ ਕੇ ਤੇ ਆਧਾੜ ਝਾੜੀ, ਆਧਾੜ ਤੱਕ ਜੀ। ਅੱਛਾ, ਤੇ ਤੁਸੀਂ ਇਹ ਲਾਈ ਏ? ਜੀ ਹਾਂ, ਇਹ ਮੈਂ ਪਨੀਰੀ ਲਾਈ ਜੇ ਜੀ। ਲਾਣੀ ਮੂੰਜੀ ਹੁਣ। ਅੱਛਾ, ਇਹਨੂੰ ਮਹੀਨਾ ਹੋ ਗਿਆ ਜੇ ਲਾਈ ਨੂੰ। ਜੀ ਹਾਂ। ਪਹਿਲਾਂ ਇਹਦਾ ਮਕਦਾਰ ਕੀਤਾ। ਅੱਛਾ, ਕਰਕੇ ਫਿਰ ਇਹਦੇ ਚ ਬੀਜ ਸੱਟਿਆ। ਫਿਰ ਬੀਜ ਸੱਟਿਆ ਮੂੰਜੀ ਦਾ। ਠੀਕ ਹੈ। ਉਹ ਸਰਕਾਰ ਹੁਣ ਤਿਆਰ ਹੋ ਗਈ ਹੈ। ਠੀਕ ਹੈ। ਤੇ ਇਨਸ਼ਾਅੱਲਾ ਸਰਕਾਰ ਹੁਣ 2-4 ਦਿਹਾੜਿਆਂ ਤੜੀ ਕਨਾਲ ਅੱਗੇ ਕਰਕੇ ਜੀ ਜੀ ਦੁਬਾਰਾ ਮੂੰਜੀ ਜਿਹੜੀ ਹੱਥਾਂ ਨਾਲ ਲਾਣੀ ਉਹ ਅੱਗੇ ਲੱਗਣੀ ਜਾ। ਅੱਛਾ ਅੱਛਾ, ਯਾਨੀ ਕਿ ਇਹ ਲਾਉਣ ਦਾ ਤਰੀਕਾ ਹੈ। ਅੱਛਾ, ਮੂੰਜੀ ਦਾ ਜਿਹੜੀ ਬੀਜ ਹੈ, ਇਹਦਾ ਬੀਜ ਇਹ ਕਿਹੜੀ ਕਿਸਮ ਦਾ, ਕਿੰਨੀਆਂ ਦੀਆਂ ਕਿਸਮਾਂ ਹੁੰਦੀਆਂ ਨੇ? ਸੁਪਰ ਦਾ, ਸੁਪਰ 85 ਜੇ। ਹਾਂ, ਸੁਪਰ ਦਾ ਜੇ, ਸੁਪਰ ਕਨਾਤ ਜੇ। ਜੀ ਜੀ। ਬਾਸਮਤੀ ਜੇ। ਜੀ ਜੀ। ਇਹ ਇੱਕ 60 ਮੂੰਜੀ ਜੇ, ਉਹਦਾ ਨਾਂ ਹੀ 60 ਹੈ। ਅੱਛਾ, ਉਹ 60 ਦਿਹਾੜਿਆਂ ਚ ਪੱਕੇ ਦੀ, ਉਹਦੀਆਂ ਬਣਦੀਆਂ ਫੁੱਲੜੀਆਂ। ਉਹਦੀਆਂ ਫੁੱਲੜੀਆਂ ਪੱਕਦੀਆਂ। ਅੱਛਾ ਅੱਛਾ ਅੱਛਾ, ਉਹ ਖਾਣੇ ਤੇ ਕੰਮ ਦੀ ਨਹੀਂ। ਅੱਛਾ ਅੱਛਾ, ਇਹ ਜਿਹੜੀ ਘਰ ਖਾਣੇ ਵਾਸਤੇ ਸੁਪਰ ਜਿਹੜੀ ਲਾਈ ਏ ਸਾਡੇ ਆਮ ਲੱਗਦੀ ਏ। ਸਾਡੇ ਇਲਾਕੇ ਵਿੱਚ, ਸਾਡੇ ਇਲਾਕੇ 'ਚ ਲੱਗਦੀ ਏ। ਅੱਛਾ ਅੱਛਾ ਅੱਛਾ, ਤੇ ਕਿੰਨਾ ਟਾਈਮ ਲੱਗਦਾ ਹੈ ਇਹ ਪਨੀਰੀ ਨੂੰ ਲੱਗਣ ਵਾਸਤੇ? ਕਿੰਨੇ ਦਿਹਾੜੇ ਜਾਂ ਮਹੀਨੇ ਕਿੰਨੇ ਲੱਗਦੇ? 1 ਮਹੀਨੇ ਵਿੱਚ ਤਿਆਰ ਹੋ ਜਾਂਦੀ। 1 ਮਹੀਨੇ ਤਿਆਰ ਹੁੰਦੀ? 1 ਮਹੀਨੇ ਵਿੱਚ। ਅੱਛਾ ਲਾਲਾ ਦੱਸੋ, ਜਿਹੜਾ ਬੂਟਾ ਲੱਗੇ ਹੈ ਪਨੀਰੀ ਦਾ, ਇਹ ਜ਼ਰਾ ਸਾਨੂੰ ਦੱਸੋ, ਇਹ ਕਿੰਨੇ ਦਿਹਾੜਿਆਂ 'ਚ ਬਣ ਗਿਆ ਬੂਟਾ? ਇਹ 1 ਮਹੀਨਾ ਹੋ ਗਿਆ ਜੀ ਇਹਨੂੰ। 1 ਮਹੀਨਾ ਹੋ ਗਿਆ ਇੱਕ ਬੂਟਾ ਇਹ ਚੱਕਿਆ ਜੀ, ਇਹ ਬੂਟਾ ਤਿਆਰ ਹੋ ਗਿਆ। ਇਹ ਹੁਣ ਇਸ ਤਰ੍ਹਾਂ ਕਰਕੇ ਇਹਨੂੰ ਇੰਜ ਕਰਕੇ ਤੇ ਇਹ ਜਿਸ ਗਜ਼ਾਰ ਕਰਾਂਗਾ ਨਾ ਤੇ ਇੱਕ ਬੂਟਾ ਕਰਕੇ ਲਾਣਾ। ਇੱਕ ਬੂਟਾ ਕਰਕੇ ਲਾਣਾ ਹੈ। ਇਹ ਫਿਰ ਇਨਸ਼ਾਅੱਲਾ ਸਰਕਾਰ 2-2.5 ਮਹੀਨੇ ਚ ਪੱਕ ਜਾਏਗੀ। 2-2.5 ਮਹੀਨੇ ਗੰਧਾਲ ਕਰਨੇ ਤੋਂ ਬਾਅਦ ਫਿਰ ਇਹ ਜਿਹੜਾ ਫਸਲ ਦੇਵੇਗਾ, ਚਾਵਲ ਦੇਵੇਗਾ। ਜਾਂ ਫਿਰ ਇਹਦੇ ਉੱਤੇ ਜਿਹੜਾ ਚਾਵਲ ਲੱਗੇਗਾ। ਅੱਛਾ, ਇਹਨੂੰ ਨਾ ਇੱਕ ਬੂਟਾ ਪੱਟਦੇ ਹੋ, ਬਾਅਦ ਜੋ ਕੀ ਬਣਾਉਂਦੇ ਹੋ ਇਹਦੀਆਂ ਫਿਰ ਹੱਥੀਆਂ ਬਣਾਵਾਂਗੇ ਨਾ, ਮੁੱਠਾ ਮੁੱਠੇ ਦੀਆਂ। ਉਹ ਫੜ ਕੇ ਤੇ ਸਾਰੇ ਲਾਵਾਂਗੇ। ਜੀ ਜੀ। ਉਹ ਕਿਹਦੇ ਵਿੱਚ ਰੱਖਦੇ ਹੋ? ਪਾਣੀ 'ਚ ਕਿਉਂ ਰੱਖਦੇ ਹੋ? ਪਾਣੀ 'ਚ ਇਹਨੇ ਨਰਮ ਨਹੀਂ ਆਇਆ, ਸੁੱਕਦੀ ਨਹੀਂ ਆਇਆ। ਅੱਛਾ, ਜਾੜੀ ਦੀ ਪਾਣੀ 'ਚ ਰਵੇ ਦੀ। ਅੱਛਾ ਅੱਛਾ, ਇਹ ਐਸੇ ਤਰ੍ਹਾਂ ਰਵੇ ਦੀ। ਅੱਛਾ ਅੱਛਾ ਅੱਛਾ, 2 ਦਿਨ ਨਾ ਲੱਗੇ, ਕੋਈ ਟੈਨਸ਼ਨ ਨਹੀਂ। ਅੱਛਾ ਅੱਛਾ, ਇਹ ਰਵੇ ਦੀ ਐਸੇ ਤਰ੍ਹਾਂ ਰਵੇ। ਅੱਛਾ ਲਾਲਾ, ਇਹ ਦੱਸੋ, ਇਹਦੇ ਤੇ ਜਿਹੜਾ ਲੱਗਦਾ ਜਿਹੜਾ ਚਾਵਲ ਬਣਦਾ ਉਹ ਕਿੱਥੇ ਬਣਦਾ? ਇਹ ਤੇ ਜੜਾਂ ਹੋ ਗਈਆਂ, ਇਹ ਤਣਾ ਹੋ ਗਈਆਂ। ਇਹ ਇੱਥੇ ਜਾ ਕੇ ਨਾ ਇਹ ਸਿਰੇ ਤੇ ਜਾ ਕੇ ਇਹਨੇ ਸਿੱਟਾ ਕੱਢਣਾ। ਸਿੱਟਾ ਕੱਢਣਾ ਜਿਸ ਤਰ੍ਹਾਂ ਕਣਕਾਂ ਕੱਢਦੀਆਂ ਨੇ। ਅੱਛਾ ਅੱਛਾ, ਇਹ ਫਿਰ ਸਿੱਟਾ ਕੱਢੇ ਦੀ ਉਹਦੇ ਨਾਲ ਚਾਵਲ ਲੱਗਣਗੇ। ਚਾਵਲ ਲੱਗਣ ਦੇ। ਅੱਛਾ, ਉਹ ਹੀ ਬੀਨ ਦਾ ਨਾ, ਉਹ ਫਿਰ ਫੰਡ ਕੇ ਫਿਰ ਉਹਨੂੰ ਮਸ਼ੀਨ ਤੇ ਖੜਨਾ ਤੇ ਫਿਰ ਚਾਵਲ ਬਣਨਾ। ਫਿਰ ਚਾਵਲ ਬਣਨਾ। ਅੱਛਾ ਅੱਛਾ ਲਾਲਾ, ਇਹ ਦੱਸੋ ਕਿ ਕਿੰਨਾ ਤੁਹਾਡਾ ਅੰਦਾਜ਼ਾ ਤਜਰਬਾ ਕਿ ਇੱਕ ਬੂਟੇ ਤੇ ਕਿੰਨੇ ਚਾਵਲ ਦਾਣੇ ਜਾਂ ਕੋਈ ਤਾਦਾਦ ਕਿੰਨੀ? ਕੋਈ ਜਿਹੜੀ 80-90 ਦਾਣੇ ਜਿਹੜੇ ਨੇ ਨਾ, 80-90 ਦਾਣੇ ਜਾਂ ਇੱਕ ਮੁੰਜਰ ਨਾਲ ਹੋਣਗੇ। ਲੋ ਜੀ, ਵੇਖਣ ਸੁਣਨ ਵਾਸਤੇ ਬੜੀ ਮਾਲੂਮਾਤ ਹੈ ਕਿ ਇਹ ਪਨੀਰੀ ਦਾ ਬੂਟਾ ਚਾਵਲਾਂ ਦਾ, ਤੇ ਹੁਣ ਪਨੀਰੀ ਤਿਆਰ ਪਈ ਹੁੰਦੀ ਹੈ। ਤੇ ਤੁਸੀਂ ਨਾ ਲਾਲਾ ਜੀ ਉਧਰ ਮਜ਼ੀਦ ਦੱਸਦੇ ਪਏ ਨੇ ਕਿ ਇਹ ਜਿਹੜੀ ਹੈ ਨਾ, ਇਹ ਜੜ ਹੈ ਤੇ ਇਹ ਉਹਦਾ ਤਣਾ ਹੈ, ਤੇ ਇੱਥੇ ਜਿਹੜਾ ਨਾ ਇਹਨੇ ਸਿੱਟਾ ਕੱਢਣਾ, ਸਿੱਟਾ ਲਾਣੀ ਹੈ ਸਿੱਟਾ। ਅੱਛਾ ਅੱਛਾ, ਫਿਰ ਇਹਨੇ ਬੋਚ ਬਣਾਉਣਾ ਹੈ। ਇਹ ਹੋਣੀ ਕਡਾਲੀ ਹੈ, ਫਿਰ ਇਹਨੇ ਮੁੱਠੇ ਦਾ ਬੋਚ ਬਣਾਉਣਾ। ਮੁੱਠ ਬਣ। ਅੱਛਾ 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 ਲਾਲਾ ਜੀ, ਇਹ ਦੱਸੋ, ਇਹਦੇ ਲਾਣੇ ਵਾਸਤੇ ਗੰਧਾਲ ਕਰਨਾ ਪੈਂਦਾ, ਕਿੰਨਾ ਪਾਣੀ ਦੇਣਾ ਪੈਂਦਾ, ਕਿ ਕਿਹੜੀ ਗੱਲ ਦਾ ਧਿਆਨ ਰੱਖਣਾ ਪੈਂਦਾ? ਇਹਦੇ ਚ ਸਪਰੇਅ ਜ਼ਿਆਦਾ ਜੇ, ਸਪਰੇਅ ਕਰਨਾ ਪੈਂਦਾ। ਅੱਛਾ, ਅੱਜ ਕੱਲ੍ਹ ਦੀ ਦੌਰ 'ਚ ਸਪਰੇਅ ਨਾ ਹੋਵੇ ਤੇ ਇਹ ਫਲ ਨਹੀਂ ਲੈ ਰਹੀ। ਅੱਛਾ, ਤੇ ਜ਼ਰਾਅਤ ਵਾਲੇ ਵੀ ਆਖਦੇ ਨੇ ਬਿਲਕੁਲ ਜਿਹੜਾ ਨਾ ਇਹ ਸਪਰੇਅ ਹਰ ਮਹੀਨੇ ਕਰਨੀ ਪੈਂਦੀ ਹੈ। ਜੀ ਜੀ, ਤੇ ਤਾਂ ਜਾ ਕੇ ਫਲ ਲੈਂਦੀ ਹੈ। ਅੱਛਾ, ਤੇ ਪਾਣੀ ਕਿੰਨਾ ਕੁ ਜਿਹੜਾ? ਪਾਣੀ ਤਕਰੀਬਨ ਗਿੱਠ ਹੋਵੇ ਨਾ, ਜਿਸ ਗਦਾਰ ਕਰਨਾ ਤੇ ਉਹਦੇ ਵਿੱਚ ਲਾਈ ਜਾਏ। ਉਹਦੇ ਵਿੱਚ ਲਾਈ ਜਾਏ।
ਇਹਨੂੰ 30 ਦਿਹਾੜੇ ਪਾਣੀ ਵਿੱਚ ਸੁੱਕਣ ਨਹੀਂ ਦੇਣਾ। 30 ਦਿਹਾੜੇ ਪਾਣੀ ਸੁੱਕਣ ਨਹੀਂ ਦੇਣਾ। ਉਹਦੇ ਤੋਂ ਬਾਅਦ ਫਿਰ ਪਾਣੀ ਜਿਹੜੇ 3-4 ਲਾਣੇ ਨੇ ਉਹਨਾਂ ਪਾਣੀਆਂ 'ਚ ਇਹਨੇ ਪੱਕ ਜਾਣਾ। ਅੱਛਾ ਲਾਲਾ ਇਹ ਦੱਸੋ ਸਾਡੀ ਮਲੂਮਾਤ ਵਾਸਤੇ ਕਿ ਇਹਦਾ ਜਿਹੜਾ ਪੌਦਾ ਹੈ ਪਨੀਰ ਦਾ ਇਹ ਕਿੰਨਾ ਉੱਚਾ ਹੁੰਦਾ, ਕੋਈ ਅੰਦਾਜ਼ਾ ਹੈ 3 ਫੁੱਟ ਦੇ ਉੱਤੇ ਹੋ ਜਾਂਦਾ ਜੀ। 3 ਫੁੱਟ ਤੋਂ ਉੱਤੇ ਹੋ ਜਾਂਦਾ ਹੈ, ਬਿਲਕੁਲ ਹੋ ਜਾਂਦਾ ਹੈ। ਤੇ ਹੋਰ ਕੋਈ ਇਹਦੇ ਬੰਨ ਤਲੋ ਕੋਈ ਮਲੂਮਾਤ ਹੋਰ ਜਿਹੜੀ ਹੈ ਇਹੀ ਹੈ ਵਾ ਜਿਹੜੀ ਇਹਨੇ ਦਵਾਈ ਸਪਰੇ ਜਿਹੜੀ ਕਰਨੀ, ਇਹਦਾ ਧਿਆਨ ਰੱਖੋ, ਇਹਦਾ ਧਿਆਨ ਕਰਨਾ। ਤੇ ਇਹ ਹੁਣ ਧਿਆਨ ਹੈ ਥੱਲੇ ਜ਼ਹਿਰ ਵੀ ਪਾਇਆ, ਸਪਰੇ ਵੀ ਕੀਤੀ ਹੈ। ਇਹ ਤਾਂ ਜਾ ਕੇ ਤੇ 5 ਦਿਹਾੜਿਆਂ 'ਚ ਤਿਆਰ ਹੋਈ। 5 ਦਿਹਾੜੇ ਤਿਆਰ ਹੋਈ ਹੈ, ਨਹੀਂ ਤਾਂ 5 ਦਿਹਾੜਿਆਂ 'ਚ ਨਹੀਂ ਇਹ ਤਿਆਰ ਹੁੰਦੀ। ਜੀ ਤੇ ਇਸ ਵਾਸਤੇ ਸਪਰੇ ਕੀਤੀ ਹੈ, ਥੱਲੇ ਦਵਾਈ ਪਾਈ ਹੈ। ਜੀ ਤੇ ਇਹਨੂੰ ਕੋਈ ਬੂਟਾ ਦਾ ਨੁਕਸਾਨ ਨਹੀਂ ਹੈ। ਜੀ ਤੇ ਇਸ ਵਾਸਤੇ ਹੁਣ ਬਿਲਕੁਲ ਤਿਆਰ ਹੈ ਸਮਝੋ ਜੀ। ਇੱਕ ਗੱਲ ਲਾਲਾ ਮੈਂ ਹੋਰ ਪੁੱਛਣਾ ਚਾਹਨਾ, ਇਹ ਦੱਸੋ ਕਿ ਜਿਹੜੀ ਤੁਸੀਂ ਆ ਪਨੀਰੀ ਲਾਈ ਹੈ ਇਹ ਕਿੰਨਾ ਰਕਬਾ ਹੈ ਤੇ ਇਹ ਕਿੰਨੇ ਜ਼ਮੀਨ ਨੂੰ ਗੰਧਾਲ ਕਰਕੇ ਉਹਦੇ 'ਚ ਤੁਸੀਂ ਇਹਨੂੰ ਲਾਓਗੇ ਤੇ ਕਿੰਨੀ ਕੁ ਫਸਲ ਹੋ ਜਾਏਗੀ, ਕਿੰਨਾ ਚਾਵਲ ਹੋ ਜਾਂਦਾ? ਇਹ ਮੈਂ ਸਰਦਾਰ ਇਹ 5 ਮਰਲੇ ਥਾਂ ਜੇ 5 ਮਰਲੇ 'ਚ ਤੁਸੀਂ ਪਨੀਰੀ ਲਾਈ ਹੈ? 5 ਮਰਲਿਆਂ 'ਚ ਥਾਂ ਪਨੀਰੀ ਲਾਈ ਹੈ ਤੇ ਇਹ ਗੱਡਣੀ ਹੈ 5 ਕਿੱਲਿਆਂ ਵਿੱਚ 5 ਏਕੜ। 5 ਮਰਲੇ 'ਚ ਲਾਈ ਹੈ ਪਨੀਰੀ, 5 ਕਿੱਲਿਆਂ 'ਚ ਲਾਈ, 5 ਕਿੱਲਿਆਂ ਵਿੱਚ ਕਵਰ ਹੋ ਜਾਏਗੀ ਬਿਲਕੁਲ। ਬਾਕੀ ਫਸਲ ਤੇ ਨਾਜ ਤੇ ਰੋਜ਼ੀ ਤਲਾ ਦੇਣ ਵਾਲਾ ਹੈ। ਤੁਹਾਡਾ ਅੰਦਾਜ਼ਾ ਕਿੰਨਾ ਕੁ ਚਾਵਲ ਹੋ ਜਾਏਗਾ ਇਹਦਾ ਚਾਵਲ ਅੰਦਾਜ਼ੇ ਨਾਲ 100 ਤੇ ਉੱਤੇ ਹੋਵੇਗਾ। 100 ਤਰੋੜੇ ਦੀ 100 ਤਰੋੜੇ। ਇੱਕ ਤਰੋੜੇ ਕਿੰਨਾ ਹੁੰਦਾ ਹੈ? 50 ਕਿਲੋ। 50 ਕਿਲੋ। ਅੱਛਾ 100 ਤਰੋੜੇ। ਅੱਛਾ ਇੱਧਰ ਮੈਂ ਚਾਹਾਂਗਾ ਤੁਸੀਂ ਦੱਸੋ, ਯਾਨੀ ਕਿ 100 ਤਰੋੜੇ ਚਾਵਲ 5 ਕਿੱਲਿਆਂ ਵਿੱਚ ਤੇ 5 ਮਰਲੇ 'ਚ ਤੁਸੀਂ ਪਨੀਰੀ ਲਾਈ ਹੈ। ਬੜੀ ਗੱਲ ਹੈ ਇਹ ਜੀ। ਬੜੀ ਜ਼ਬਰਦਸਤ ਮਾਲੂਮਾਤ ਹਾਸਲ ਕੀਤੀ ਹੈ। ਹਾੜ ਦਾ ਮੌਸਮ ਹੈ, ਚਾਵਲਾਂ ਦਾ ਮੌਸਮ ਹੈ, ਪਨੀਰੀਆਂ ਗੱਡੀਆਂ ਜਾ ਰਹੀਆਂ ਨੇ। ਜਿਹੜੇ ਨੇ ਜ਼ਮੀਨਦਾਰ ਉਹ ਗੱਡਦੇ ਪਏ ਨੇ, ਮਿਹਨਤ ਕਰਦੇ ਪਏ ਨੇ ਤੇ ਇਸ ਤੋਂ ਬਾਅਦ ਇਹਨੂੰ ਪੱਟ ਕੇ ਗੰਧਾਲ ਕਰਕੇ ਮਿਹਨਤ ਜਿਹੜੀ ਕਬੂਲ ਕਰੇ, ਅੱਲਾ ਕਬੂਲ ਕਰੇ। ਤੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਇਹਨੂੰ ਜ਼ਿਆਦਾ ਸ਼ੇਅਰ